ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬ੍ਰਿਟਿਸ਼ ਕੋਲੰਬੀਆ ਨੇ ਵਰਕਰਾਂ ਨੂੰ ਦਿੱਤਾ ਤੋਹਫਾ, ਮਿਨੀਮਮ ਵੇਜ ਵਿੱਚ ਵਾਧਾ। ਬ੍ਰਿਟਿਸ਼ ਕੋਲੰਬੀਆ 'ਚ ਲੱਗੀਆਂ ਟਰੱਕਾਂ ਦੀਆਂ ਲਾਈਨਾਂ, ਇੱਕ ਹੋਰ ਪ੍ਰਦਰਸ਼ਨ ਦੀ ਤਿਆਰੀ। ਸ਼ਰੇਆਮ ਚੋਰੀ ਹੋਣ ਲੱਗੀ ਗੈਸ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਲਗਾਤਾਰ ਸੂਬੇ ਕੱਢ ਰਹੇ ਡਰਾਅ, ਇੱਕ ਸੂਬਾ ਕੱਢ ਰਿਹਾ ਘੱਟ ਡਰਾਅ। ਕਬੱਡੀ ਪ੍ਰੇਮੀਆਂ ਲਈ ਮਾੜੀ ਖਬਰ, ਨੰਗਲ ਅੰਬੀਆਂ ਨੂੰ ਮਾਰੀਆਂ ਗੋਲੀਆਂ। ਰੂਸ ਨੇ ਮੈਟਰਨਿਟੀ ਵਾਰਡ ਤੇ ਸੁੱਟਿਆ ਬੰਬ, ਇੱਕ ਗਰਭਵਤੀ ਔਰਤ ਤੇ ਬੱਚੇ ਦੀ ਮੌਤ। ਬ੍ਰਿਟਿਸ਼ ਕੋਲੰਬੀਆ ਤੋਂ ਵਰਕਰਸ ਵਾਸਤੇ ਚੰਗੀ ਖਬਰ ਸਾਹਮਣੇ ਆਈ ਹੈ। ਸੂਬੇ ਵੱਲੋਂ ਹੁਣ ਮਿਨੀਮਮ ਵੇਜ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਪ੍ਰੋਵਿੰਸ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਮਿਨੀਮਮ ਵੇਜ ਵਿੱਚ 45 ਸੈਂਟ ਦਾ ਵਾਧਾ ਕੀਤਾ ਜਾ ਰਿਹਾ ਹੈ, ਜਿਸ ਬਾਰੇ ਹੁਣ ਪ੍ਰੋਵਿੰਸ ਤੋਂ ਜਾਣਕਾਰੀ ਹਾਸਲ ਹੋ ਰਹੀ ਹੈ। ਇਸ ਸੂਬੇ ਵੱਲੋਂ ਇਸ ਬਾਰੇ ਹੋਰ ਕੀ ਡਿਟੇਲ ਦਿੱਤੀ ਗਈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸੂਬੇ ਵੱਲੋਂ ਮਿਨੀਮਮ ਵੇਜ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ। ਇਸ ਸੂਬੇ ਵੱਲੋਂ ਮਿਨੀਮਮ ਵੇਜ ਵਿੱਚ 45 ਸੈਂਟ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਜਿਹਾ ਕਰਨ ਵਾਲਾ ਬ੍ਰਿਟਿਸ਼ ਕੋਲੰਬੀਆ ਪਹਿਲਾ ਸੂਬਾ ਬਣ ਗਿਆ। ਜਾਣਕਾਰੀ ਮੁਤਾਬਕ ਇੱਥੇ 1 ਜੂਨ ਤੋਂ ਮਿਨੀਮਮ ਵੇਜ ਨੂੰ $15.65 ਪ੍ਰਤੀ ਘੰਟਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇੱਥੇ ਮਿਨੀਮਮ ਵੇਜ $15.20 ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲਦੀ ਸੀ। ਇਸ ਬਾਰੇ ਹੁਣ ਬ੍ਰਿਟਿਸ਼ ਕੋਲੰਬੀਆ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਮਿਨਿਸਟਰ ਆਫ ਲੇਬਰ ਹੈਰੀ ਬੈਂਸ ਵੱਲੋਂ ਐਲਾਨ ਕੀਤਾ ਗਿਆ। ਹੈਰੀ ਬੈਂਸ ਦਾ ਇਸ ਬਾਰੇ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਮੈਨੂੰ ਬੜਾ ਮਾਣ ਦੀ ਗੱਲ ਹੈਗੀ ਆ ਕਿ ਅੱਜ ਆਪਾਂ ਅਨਾਉਂਸ ਕਰ ਰਹੇ ਹਾਂ ਕਿ BC ਦੇ ਮਿਨੀਮਮ ਵੇਜ $15.65 ਹੋਣ ਜਾ ਰਹੇ ਆ ਜੂਨ 2022 ਤੋਂ। ਇਸ ਵੇਲੇ ਸਾਡੇ ਪਿਛਲੇ ਜੂਨ ਤੋਂ ਮਿਨੀਮਮ ਵੇਜ BC ਵਿੱਚ $15.20 ਸੀ ਤੇ ਹੁਣ ਅਸੀਂ ਇਨਫਲੇਸ਼ਨ ਦਾ ਰੇਟ ਜਿਹੜਾ ਕਿ ਪਿਛਲੇ ਸਾਲ ਦਾ ਐਵਰੇਜ ਸੀਗਾ BC ਦੇ ਵਿੱਚ ਉਹ 2.8% ਇਨਕਰੀਜ਼ ਹੋਇਆ ਸੀ ਸਟੈਟਿਸਟਿਕ ਕੈਨਰਾ ਦੇ ਮੁਤਾਬਕ। ਉਹਦੇ ਮੁਤਾਬਕ ਅਸੀਂ ਮਿਨੀਮਮ ਵੇਜ ਜਿਹੜੀ ਆ $15.20 ਤੋਂ ਵਧਾ ਕੇ $15.65 ਕਰ ਰਹੇ ਹਾਂ BC ਦੇ ਵਿੱਚ ਸਟਾਰਟਿੰਗ ਜੂਨ 1 2022। ਇਹ ਸਾਡਾ ਕਮਿਟਮੈਂਟ ਸੀਗਾ ਜਦੋਂ ਸਾਡੀ ਸਰਕਾਰ ਬਣੀ ਕਿ ਜਦੋਂ ਸਾਡਾ ਮਿਨੀਮਮ ਵੇਜ $15 ਤੱਕ ਪਹੁੰਚ ਜਾਏਗਾ, ਉਸ ਤੋਂ ਬਾਅਦ ਅਸੀਂ BC ਦਾ ਜਿਹੜਾ ਐਵਰੇਜ ਇਨਫਲੇਸ਼ਨ ਰੇਟ ਹੋਏਗਾ ਉਹਦੇ ਨਾਲ ਗਾਂਹ ਵਾਸਤੇ ਇਹਨੂੰ ਵਧਾਇਆ ਕਰਾਂਗੇ। ਇਸ ਕਰਕੇ ਅਸੀਂ ਇਹ ਅਨਾਉਂਸਮੈਂਟ ਅੱਜ ਕਰ ਰਹੇ ਹਾਂ। ਨਾਲ ਦੀ ਨਾਲ ਜਿਹੜੇ ਆਲਟਰਨੇਟ ਮਿਨੀਮਮ ਵੇਜ ਹੈਗੇ ਆ, ਚਾਹੇ ਉਹ ਲਿਵ ਇਨ ਸਪੋਰਟ ਹੈਗੀ ਆ, ਚਾਹੇ ਰੈਜ਼ੀਡੈਂਟ ਕੇਅਰ ਹੈਗੇ ਆ, ਤੇ ਚਾਹੇ ਲਿਵ ਇਨ ਕੈਂਪ ਲੀਡਰਸ ਹੈਗੇ ਆ, ਉਹਨਾਂ ਸਾਰਿਆਂ ਦੇ ਵੀ ਜਿਹੜੇ ਵੇਜਸ ਹੈਗੇ ਆ 2.8% ਦੇ ਨਾਲ ਵੱਧ ਰਹੇ ਆ। ਤੇ ਪੀਸ ਰੇਟ ਜਿਹੜੇ ਹੈਗੇ ਆ, ਕੁਝ ਫਾਰਮਾਂ ਦੇ ਵਿੱਚ ਤਕਰੀਬਨ 15 ਕ੍ਰੌਪਸ ਹੈਗੀਆਂ ਜਿਹੜੀਆਂ ਹੈਂਡ ਹਾਰਵੈਸਟ ਨਾਲ ਉੱਥੇ ਕੰਮ ਹੁੰਦਾ, ਉਹਨਾਂ ਦੇ ਰੇਟ ਵੀ 2.8% ਨਾਲ ਵੱਧ ਜਾਣਗੇ। ਸੋ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿ ਅਸੀਂ ਬਿਜ਼ਨਸ ਨੂੰ ਪ੍ਰੈਡਿਕਟੇਬਿਲਿਟੀ ਦੇ ਰਹੇ ਹਾਂ, ਸਰਟਨਟੀ ਦੇ ਰਹੇ ਹਾਂ, ਤੇ ਨਾਲ ਦੀ ਨਾਲ ਵਰਕਰ ਜਿਹੜੇ ਆ ਉਹਨਾਂ ਨੂੰ ਵੀ ਸਹਾਰਾ ਮਿਲ ਰਿਹਾ ਕਿ ਉਹ ਵੀ ਜਿਹੜਾ ਰੇਟ ਆਫ ਇਨਫਲੇਸ਼ਨ ਆ ਉਹਦੇ ਨਾਲ ਆਪਣਾ ਗੁਜ਼ਾਰਾ ਥੋੜਾ ਵਧੀਆ ਕਰ ਸਕਣਗੇ। ਇਹ ਇੱਕ ਸਾਡਾ ਵਨ ਆਫ ਦਾ ਸਟੈਪ ਹੈਗਾ ਕਿ ਅਸੀਂ ਲੋਕਾਂ ਨੂੰ ਪਾਵਰਟੀ ਵਿੱਚੋਂ ਕਿੱਦਾਂ ਉੱਪਰ ਚੁੱਕਣਾ, ਤੇ ਨਾਲ ਦੀ ਨਾਲ ਬਿਜ਼ਨਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਪ੍ਰੈਡਿਕਟੇਬਿਲਿਟੀ ਤੇ ਸਰਟਨਟੀ ਦੇਣੀ ਆ ਤਾਂ ਕਿ ਉਹ ਵੀ ਆਪਣਾ ਕੰਮ ਇਸ ਤਰ੍ਹਾਂ ਚਲਾਉਂਦੇ ਰਹਿਣ। ਬ੍ਰਿਟਿਸ਼ ਕੋਲੰਬੀਆ ਵਿੱਚ ਟਰੱਕ ਡਰਾਈਵਰਸ ਵੱਲੋਂ ਇੱਕ ਹੋਰ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਪ੍ਰਦਰਸ਼ਨ ਜੋ ਹੈ ਉਹ ਗੈਸ ਦੀਆਂ ਕੀਮਤਾਂ ਦੇ ਖਿਲਾਫ ਹੋਏਗਾ। ਜੋ ਇੱਥੇ ਇਸ ਸਮੇਂ ਗੈਸ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਰਹੀਆਂ ਨੇ, ਇਸ ਦੇ ਕਾਰਨ ਇਹ ਪ੍ਰੋਟੈਸਟ ਹੁਣ ਟਰੱਕ ਡਰਾਈਵਰਸ ਵੱਲੋਂ ਕੀਤਾ ਜਾਏਗਾ। ਹਾਈਵੇਜ਼ ਦੇ ਉੱਪਰ ਟਰੱਕ ਡਰਾਈਵਰਸ ਦੀਆਂ ਲੰਬੀਆਂ ਲਾਈਨਾਂ ਨਜ਼ਰ ਆਈਆਂ, ਜਿੱਥੇ ਕਾਫੀ ਟਰੱਕ ਖੜੇ ਨਜ਼ਰ ਆਏ ਤੇ ਇੱਥੇ ਜਿਹੜੀ ਆਵਾਜਾਈ ਹੈ ਉਹ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਾਰ ਫਿਰ ਤੋਂ ਟਰੱਕ ਡਰਾਈਵਰਸ ਪ੍ਰਦਰਸ਼ਨ ਕਰਨ ਜਾ ਰਹੇ ਨੇ, ਪਰ ਇਸ ਵਾਰ ਇਹ ਪ੍ਰਦਰਸ਼ਨ ਵੱਧ ਰਹੀਆਂ ਗੈਸ ਦੀਆਂ ਕੀਮਤਾਂ ਦੇ ਖਿਲਾਫ ਹੋਵੇਗਾ। ਲੋਅਰ ਮੇਨਲੈਂਡ ਦੇ ਵਿੱਚ ਟਰੱਕ ਡਰਾਈਵਰਸ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ, ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਨੇ। ਇਹ ਲੰਬੀਆਂ ਲਾਈਨਾਂ ਹਾਈਵੇ 1 ਦੇ ਉੱਪਰ ਨਜ਼ਰ ਆਈਆਂ, ਜਿੱਥੇ ਟ੍ਰੈਫਿਕ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ। ਜਾਣਕਾਰੀ ਮੁਤਾਬਕ ਇਸ ਸਮੇਂ ਜੋ ਗੈਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਉਸ ਦੇ ਖਿਲਾਫ ਹੁਣ ਫ੍ਰੀडम ਰੈਲੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਰੈਲੀ ਲਾਜ਼ਮੀ ਵੈਕਸੀਨੇਸ਼ਨ ਨੀਤੀ ਦੇ ਖਿਲਾਫ ਕੀਤੀ ਗਈ ਸੀ। ਦੱਸ ਦਈਏ ਕਿ ਸਵੇਰੇ 7 ਵਜੇ ਤੋਂ ਹੀ ਟਰੱਕਰਸ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਹੌਲੀ-ਹੌਲੀ ਫਿਰ ਲਾਈਨਾਂ ਵਧਦੀਆਂ ਗਈਆਂ। ਇਸ ਸਮੇਂ ਜੋ ਗੈਸ ਦੀਆਂ ਕੀਮਤਾਂ ਨੇ, ਉਸ ਦੇ ਮੁਤਾਬਕ ਲੋਅਰ ਮੇਨਲੈਂਡ ਦੇ ਵਿੱਚ $2 ਪ੍ਰਤੀ ਲੀਟਰ ਦੇ ਹਿਸਾਬ ਨਾਲ ਗੈਸ ਦੀਆਂ ਕੀਮਤਾਂ ਦਰਜ ਕੀਤੀਆਂ ਗਈਆਂ। ਇਸ ਸਮੇਂ ਜੋ ਯੂਕਰੇਨ ਅਤੇ ਰਸ਼ੀਆ ਵਿਚਕਾਰ ਜੰਗ ਚੱਲ ਰਹੀ ਹੈ, ਉਸੇ ਦੇ ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਲਗਾਤਾਰ ਗੈਸ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ।
ਤੇ ਹੁਣ ਵੱਧ ਰਹੇ ਗੈਸ ਪ੍ਰਾਈਸਿਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਟਰੱਕਰਸ ਵੱਲੋਂ ਪ੍ਰੋਟੈਸਟ ਕੀਤਾ ਜਾਵੇਗਾ। ਇੱਕ ਪਾਸੇ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਤੇ ਹੁਣ ਦੂਜੇ ਪਾਸੇ ਗੈਸ ਦੀ ਚੋਰੀ ਵੀ ਹੋਣ ਲੱਗੀ ਹੈ। ਕੈਮਲੂਪਸ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਚੋਰਾਂ ਵੱਲੋਂ ਗੈਸ ਟੈਂਕ ਨੂੰ ਨਿਸ਼ਾਨਾ ਬਣਾ ਕੇ ਚੋਰੀ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਇੱਕ ਪਾਸੇ ਵਧ ਰਹੀਆਂ ਗੈਸ ਦੀਆਂ ਕੀਮਤਾਂ ਤੇ ਦੂਜੇ ਪਾਸੇ ਹੁਣ ਚੋਰ ਗੈਸ ਟੈਂਕਸ ਨੂੰ ਨਿਸ਼ਾਨਾ ਬਣਾਉਣ ਲੱਗੇ ਨੇ। ਜੀ ਹਾਂ, ਕੈਮਲੂਪਸ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਵਧ ਰਹੀਆਂ ਗੈਸ ਦੀਆਂ ਕੀਮਤਾਂ ਦੇ ਦੌਰਾਨ ਚੋਰਾਂ ਵੱਲੋਂ ਗੈਸ ਟੈਂਕਸ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 2 ਹਫ਼ਤਿਆਂ ਦੌਰਾਨ ਹੀ ਕੈਮਲੂਪਸ ਮਾਊਂਟੀਜ਼ ਵੱਲੋਂ ਇਸ ਤਰ੍ਹਾਂ ਦੇ 4 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਚੋਰਾਂ ਵੱਲੋਂ ਗੈਸ ਟੈਂਕਸ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਚੋਰਾਂ ਵੱਲੋਂ ਗੈਸ ਟੈਂਕਸ ਦੇ ਵਿੱਚ ਹੋਲ ਕਰਕੇ ਪੂਰੇ ਦਾ ਪੂਰਾ ਪੈਟਰੋਲ ਕੱਢ ਲਿਆ ਗਿਆ। ਇਹ ਮਾਮਲੇ 27 ਫਰਵਰੀ, 28 ਫਰਵਰੀ, 7 ਮਾਰਚ ਅਤੇ 8 ਮਾਰਚ ਨੂੰ ਸਾਹਮਣੇ ਆਏ ਜਿੱਥੇ ਵਾਹਨਾਂ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾ ਲਿਆ ਗਿਆ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜਿਹੜੇ ਪੰਪ ਮਾਲਕ ਨੇ ਅਤੇ ਪੁਲਿਸ ਵੱਲੋਂ ਇਸ ਗੱਲ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਨਾ ਆਉਣ ਕਿਉਂਕਿ ਕੈਨੇਡਾ ਭਰ ਵਿੱਚ ਇਸ ਸਮੇਂ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ ਦੇ ਉੱਪਰ ਪਹੁੰਚਦੀਆਂ ਦਿਖਾਈ ਦੇ ਰਹੀਆਂ ਨੇ। ਪੁਲਿਸ ਵੱਲੋਂ ਕਈ ਥਾਵਾਂ ਦੇ ਉੱਪਰ ਇਸ ਨੂੰ ਲੈ ਕੇ ਤਿਆਰੀ ਵੀ ਕੀਤੀ ਜਾ ਰਹੀ ਸੀ ਪਰ ਹੁਣ ਕੈਮਲੂਪਸ ਤੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਚੋਰਾਂ ਵੱਲੋਂ ਗੈਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕੈਨੇਡਾ ਦੇ ਵੱਖ-ਵੱਖ ਸੂਬੇ ਲਗਾਤਾਰ ਪੀਐਨਪੀ ਡਰਾਅ ਕਰ ਰਹੇ ਨੇ। ਬ੍ਰਿਟਿਸ਼ ਕੋਲੰਬੀਆ, ਸਸਕੈਚੁਆਨ ਅਤੇ ਮੈਨੀਟੋਬਾ ਵੱਲੋਂ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾ ਰਹੇ ਨੇ ਪਰ ਜੇਕਰ ਸਸਕੈਚੁਆਨ ਦੀ ਗੱਲ ਕਰੀਏ ਤਾਂ ਪਹਿਲਾਂ ਦੇ ਮੁਕਾਬਲੇ ਇਸ ਸੂਬੇ ਵੱਲੋਂ ਕਾਫੀ ਘੱਟ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਪਿਛਲੇ ਸਾਲ ਦੀ ਤੁਲਨਾ ਵਿੱਚ ਬਹੁਤ ਘੱਟ ਅਜਿਹੀ ਗਿਣਤੀ ਹੈ ਜਿਨ੍ਹਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੋਵੇ। ਕੈਨੇਡਾ ਦੇ ਅਲੱਗ-ਅਲੱਗ ਪ੍ਰੋਵਿੰਸਸ ਵੱਲੋਂ ਲਗਾਤਾਰ ਪੀਐਨਪੀ ਡਰਾਅ ਕੱਢੇ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਸਸਕੈਚੁਆਨ ਇਹਨਾਂ ਵੱਲੋਂ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ ਪਰ ਸਸਕੈਚੁਆਨ ਵੱਲੋਂ ਜੋ ਇਸ ਵਾਰ ਨਤੀਜੇ ਕੱਢੇ ਗਏ ਉਹ ਪਿਛਲੇ ਸਾਲ ਨਾਲੋਂ ਥੋੜੇ ਵੱਖਰੇ ਨੇ। ਸਸਕੈਚੁਆਨ ਵੱਲੋਂ ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜ਼ਰੀਏ 8 ਮਾਰਚ ਨੂੰ ਆਪਣਾ ਡਰਾਅ ਕੱਢਿਆ ਗਿਆ ਜਿਸ ਵਿੱਚ ਕੁੱਲ 85 ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਪਿਛਲੇ ਸਾਲ ਦੇ ਮੁਕਾਬਲੇ ਸਸਕੈਚੁਆਨ ਵੱਲੋਂ ਹੁਣ ਤੱਕ ਜਿੰਨੇ ਡਰਾਅ ਕੱਢੇ ਗਏ ਉਸ ਵਿੱਚ ਕੁੱਲ 225 ਸੱਦੇ ਜਾਰੀ ਕੀਤੇ ਗਏ ਜਦਕਿ ਪਿਛਲੇ ਸਾਲ ਮਾਰਚ 11, 2021 ਤੱਕ 1975 ਸੱਦੇ ਜਾਰੀ ਕੀਤੇ ਜਾ ਚੁੱਕੇ ਸਨ। 8 ਮਾਰਚ ਦੇ ਡਰਾਅ ਦੇ ਵਿੱਚ 39 ਸੱਦੇ ਐਕਸਪ੍ਰੈਸ ਐਂਟਰੀ ਉਮੀਦਵਾਰ, 43 ਸੱਦੇ ਆਕਿਊਪੇਸ਼ਨ ਇਨ ਡਿਮਾਂਡ ਕੈਟੇਗਰੀ ਵਿੱਚ ਦਿੱਤੇ ਗਏ ਜਿਸ ਵਾਸਤੇ ਉਮੀਦਵਾਰਾਂ ਕੋਲ 87 ਸਕੋਰਸ ਹੋਣੇ ਜ਼ਰੂਰੀ ਸਨ। ਇਸ ਸਮੇਂ ਯੂਕਰੇਨ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਦੌਰਾਨ ਸਸਕੈਚੁਆਨ ਵੱਲੋਂ ਕਈ ਯੂਕਰੇਨੀ ਉਮੀਦਵਾਰਾਂ ਨੂੰ ਵੀ ਇਨਵੀਟੇਸ਼ਨ ਦਿੱਤੇ ਗਏ। ਜਾਣਕਾਰੀ ਮੁਤਾਬਕ 4 ਮਾਰਚ ਨੂੰ ਸਸਕੈਚੁਆਨ ਵੱਲੋਂ 36 ਯੂਕਰੇਨੀਅਨ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਮੈਨੀਟੋਬਾ ਵੱਲੋਂ 10 ਮਾਰਚ ਨੂੰ ਆਪਣਾ ਡਰਾਅ ਐਲਾਨ ਕੀਤਾ ਗਿਆ ਜਿਸ ਵਿੱਚ 120 ਸੱਦੇ ਜਾਰੀ ਕੀਤੇ ਗਏ। ਸਕਿਲਡ ਵਰਕਰਸ ਇਨ ਮੈਨੀਟੋਬਾ ਕੈਟੇਗਰੀ ਵਿੱਚ 50 ਇਨਵੀਟੇਸ਼ਨ ਦਿੱਤੇ ਗਏ ਜਿਸ ਵਾਸਤੇ ਘੱਟੋ-ਘੱਟ 781 ਸਕੋਰਸ ਹੋਣੇ ਜ਼ਰੂਰੀ ਸਨ। ਸਕਿਲਡ ਵਰਕਰਸ ਓਵਰਸੀ ਵਾਸਤੇ 34 ਸੱਦੇ ਜਾਰੀ ਕੀਤੇ ਗਏ ਜਿਸ ਵਾਸਤੇ 718 ਮਿਨੀਮਮ ਸਕੋਰਸ ਦੀ ਜ਼ਰੂਰਤ ਸੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਧੀਨ 36 ਇਨਵੀਟੇਸ਼ਨ ਦਿੱਤੇ ਗਏ ਪਰ ਇਸ ਵਾਸਤੇ ਕੋਈ ਵੀ ਸਕੋਰ ਰਿਕੁਆਇਰਮੈਂਟ ਨਹੀਂ ਸੀ। ਇਸ ਦੇ ਨਾਲ ਹੀ 33 ਸੱਦੇ ਉਹਨਾਂ ਨੂੰ ਮਿਲੇ ਜਿਨ੍ਹਾਂ ਦੀ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਪ੍ਰੋਫਾਈਲ ਸੀ। 9 ਮਾਰਚ ਨੂੰ ਮੈਨੀਟੋਬਾ ਵੱਲੋਂ ਯੂਕਰੇਨੀਅਨਸ ਵਾਸਤੇ ਇੱਕ ਸਪੈਸ਼ਲ ਡਰਾਅ ਕੱਢਿਆ ਗਿਆ ਜਿਸ ਵਿੱਚ 71 ਇਨਵੀਟੇਸ਼ਨ ਉਹਨਾਂ ਨੂੰ ਦਿੱਤੇ ਗਏ ਜਿਹੜੇ ਯੂਕਰੇਨ ਨਾਲ ਸੰਬੰਧਿਤ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 8 ਮਾਰਚ ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਵਿੱਚ 204 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇੱਥੇ ਸੂਬੇ ਵੱਲੋਂ ਸਕਿਲਸ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਟਰੀਮਸ ਅਧੀਨ 2 ਡਰਾਅ ਕੱਢੇ ਗਏ। ਇਸ ਦੌਰਾਨ ਉਮੀਦਵਾਰ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਸੈਮੀ ਸਕਿਲਡ ਸਬ ਕੈਟੇਗਰੀ ਵਿੱਚੋਂ ਸਨ। ਜ਼ਿਆਦਾਤਰ ਸੱਦੇ ਜਾਣੀ ਕਿ 191 ਜਨਰਲ ਡਰਾਅ ਦੇ ਜ਼ਰੀਏ ਸਨ। ਕੈਨੇਡਾ ਵਿੱਚ ਵਸਦੇ ਕਬੱਡੀ ਪ੍ਰੇਮੀਆਂ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਕਬੱਡੀ ਸੁਪਰਸਟਾਰ ਸੰਦੀਪ ਸਿੰਘ ਨਿੰਗਲੰਬੀਆਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਅੱਜ ਨਕੋਦਰ ਵਿੱਚ ਜੋ ਟੂਰਨਾਮੈਂਟ ਚੱਲ ਰਿਹਾ ਸੀ ਇਸ ਦੌਰਾਨ ਉਹਨਾਂ ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਵਾਇਰਲ ਹੋਈ ਹੈ ਤੇ ਹੁਣ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੈਨੇਡਾ ਵਿੱਚ ਵਸਦੇ ਕਬੱਡੀ ਪ੍ਰਸ਼ੰਸਕਾਂ ਵਾਸਤੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਇਸ ਦੁਨੀਆ ਵਿੱਚ ਨਹੀਂ ਰਹੇ। ਦਰਅਸਲ ਨਕੋਦਰ ਦੇ ਮੱਲੀਆਂ ਖੁਰਦ ਵਿੱਚ ਜੋ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਇਸ ਮੈਚ ਦੌਰਾਨ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਉੱਪਰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਦੱਸ ਦਈਏ ਕਿ ਮੱਲੀਆਂ ਖੁਰਦ ਵਿੱਚ ਹਰ ਸਾਲ ਦੀ ਤਰ੍ਹਾਂ ਸਾਬਕਾ ਖਿਡਾਰੀ ਸਾਬੀ ਮੱਲੀਆਂ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਜਿਸ ਦੌਰਾਨ ਇਹ ਮੰਦਭਾਗੀ ਘਟਨਾ ਵਾਪਰੀ। ਸੰਦੀਪ ਸਿੰਘ ਨੰਗਲ ਅੰਬੀਆਂ ਉਹ ਕਬੱਡੀ ਖਿਡਾਰੀ ਸੀ ਜਿਸ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਸ ਵੱਲੋਂ ਪਿੰਡ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਆਪਣਾ ਵੱਡਾ ਨਾਮ ਕਮਾਇਆ ਗਿਆ। ਪੰਜਾਬ ਵਿੱਚ ਜੋ ਵਿਸ਼ਵ ਕਬੱਡੀ ਕੱਪ ਹੋਏ ਸਨ, ਉਸ ਦੇ ਵਿੱਚ ਵੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਕਾਫੀ ਅਹਿਮ ਭੂਮਿਕਾ ਰਹੀ। ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਵਿੱਚ ਵੀ ਨੰਗਲ ਅੰਬੀਆਂ ਸਟਾਰ ਬਣ ਕੇ ਉੱਭਰਿਆ। ਨੰਗਲ ਅੰਬੀਆਂ ਇੰਗਲੈਂਡ ਦੀ ਕਬੱਡੀ ਟੀਮ ਦਾ ਕਪਤਾਨ ਸੀ, ਜਿਸ ਵਿੱਚ ਕਾਫੀ ਗਿਣਤੀ ਪੰਜਾਬੀ ਮੂਲ ਦੇ ਨੌਜਵਾਨ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਉੱਪਰ ਗੋਲੀਆਂ ਚਲਾਉਣ ਵਾਲੇ ਕੌਣ ਸਨ। ਇਸ ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਕਬੱਡੀ ਪ੍ਰਸ਼ੰਸਕ ਲਗਾਤਾਰ ਇਸ ਚੀਜ਼ ਨੂੰ ਲੈ ਕੇ ਮੰਗ ਕਰ ਰਹੇ ਨੇ ਕਿ ਜਲਦ ਕਤਲ ਕਰਨ ਵਾਲਿਆਂ ਨੂੰ ਲੱਭਿਆ ਜਾਵੇ। ਰੂਸ ਵੱਲੋਂ ਯੂਕਰੇਨ ਦੇ ਮੈਟਰਨਿਟੀ ਵਾਰਡ ਦੇ ਉੱਪਰ ਬੰਬ ਸੁੱਟਿਆ ਗਿਆ। ਇਸ ਦੌਰਾਨ ਗਰਭਵਤੀ ਔਰਤ ਅਤੇ ਬੱਚੇ ਦੀ ਮੌਤ ਹੋ ਗਈ। ਇਸ ਔਰਤ ਅਤੇ ਉਸਦੇ ਬੱਚੇ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਇਹਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਹੁਣ ਲਗਾਤਾਰ ਜੋ ਜੰਗ ਦੇ ਹਾਲਾਤ ਬਣੇ ਨੇ, ਉਸ ਬਾਰੇ ਸਮੇਂ-ਸਮੇਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰਸ਼ੀਆ ਵੱਲੋਂ ਯੂਕਰੇਨ ਦੇ ਮੈਟਰਨਿਟੀ ਵਾਰਡ ਦੇ ਉੱਪਰ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਇੱਕ ਗਰਭਵਤੀ ਔਰਤ ਅਤੇ ਬੱਚੇ ਦੀ ਮੌਤ ਹੋ ਗਈ। ਇਹ ਜਾਣਕਾਰੀ ਐਸੋਸੀਏਟਿਡ ਪ੍ਰੈਸ ਦੇ ਹਵਾਲੇ ਤੋਂ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਹੈ ਕਿ ਜੋ ਬੰਬ ਰੂਸ ਵੱਲੋਂ ਯੂਕਰੇਨ ਦੇ ਮੈਟਰਨਿਟੀ ਵਾਰਡ ਦੇ ਉੱਪਰ ਸੁੱਟਿਆ ਗਿਆ, ਇਸ ਦੌਰਾਨ ਇੱਕ ਔਰਤ ਅਤੇ ਇੱਕ ਬੱਚੇ ਦੀ ਜਾਨ ਚਲੀ ਗਈ। ਜੋ ਤਸਵੀਰਾਂ ਸਾਹਮਣੇ ਆਈਆਂ ਉਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਔਰਤ ਨੂੰ ਸਟ੍ਰੈਚਰ ਦੇ ਉੱਪਰ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਹੈ। ਜੋ ਵੀਡੀਓ ਏਪੀ ਜਰਨਲਿਸਟ ਵੱਲੋਂ ਸਾਂਝੀ ਕੀਤੀ ਗਈ, ਉਸ ਵਿੱਚ ਇਹ ਸਾਫ਼ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਔਰਤ ਦਾ ਖੂਨ ਵਹਿ ਰਿਹਾ ਹੈ ਅਤੇ ਉਹ ਕਿਹੜੇ ਹਾਲਾਤਾਂ ਵਿੱਚ ਹੈ। ਜਾਣਕਾਰੀ ਮੁਤਾਬਕ ਇਸ ਔਰਤ ਨੂੰ ਦੂਸਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਸ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਜਿਵੇਂ ਇਸ ਔਰਤ ਨੂੰ ਪਤਾ ਚੱਲਿਆ ਕਿ ਉਹ ਆਪਣੇ ਬੱਚੇ ਨੂੰ ਗਵਾ ਰਹੀ ਹੈ ਤਾਂ ਉਹ ਉੱਚੀ-ਉੱਚੀ ਚੀਕਣ ਲੱਗੀ ਕਿ ਮੈਨੂੰ ਇੱਥੇ ਮਾਰ ਦਿਓ। ਪਹਿਲਾਂ ਡਾਕਟਰਸ ਵੱਲੋਂ ਜਦੋਂ ਉਸਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਹ ਬੱਚੇ ਨੂੰ ਨਹੀਂ ਬਚਾ ਸਕੀ ਤੇ ਇਸੇ ਕੁਝ ਸਮੇਂ ਬਾਅਦ ਜਦੋਂ ਉਹਨਾਂ ਵੱਲੋਂ ਇਸ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਸਮੇਂ ਦੌਰਾਨ ਹੀ ਇਸ ਔਰਤ ਵੱਲੋਂ ਵੀ ਦਮ ਤੋੜ ਦਿੱਤਾ ਗਿਆ। ਦੱਸਦੀ ਇਸ ਤੋਂ ਪਹਿਲਾਂ ਵੀ ਯੂਕਰੇਨ ਦੇ ਇੱਕ ਹਸਪਤਾਲ ਦੇ ਉੱਪਰ ਰਸ਼ੀਆ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਦੇ ਬਾਰੇ ਹਾਲ ਹੀ ਵਿੱਚ ਜਾਣਕਾਰੀ ਸਾਹਮਣੇ ਆਈ ਸੀ ਤੇ ਹੁਣ ਰੂਸ ਵੱਲੋਂ ਲਗਾਤਾਰ ਯੂਕਰੇਨ ਦੇ ਕਈ ਠਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਚੋਣ ਹੋਰ ਵੀ ਜ਼ਿਆਦਾ ਸਖਤ ਹੁੰਦੀ ਜਾ ਰਹੀ ਹੈ, ਕਿਉਂਕਿ ਬਹੁਤ ਹਾਈ ਪ੍ਰੋਫਾਈਲ ਨਾਮ ਇਸ ਦੌੜ ਵਿੱਚ ਜੁੜ ਚੁੱਕੇ ਨੇ। ਜੀ ਹਾਂ, ਹਾਲ ਹੀ ਵਿੱਚ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਵੀ ਇਸ ਰੇਸ ਵਿੱਚ ਸ਼ਾਮਿਲ ਹੋ ਰਹੇ ਨੇ। ਉਹ ਵੀ ਹੁਣ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵਾਸਤੇ ਉਮੀਦਵਾਰ ਬਣ ਗਏ ਨੇ। ਹੁਣ ਦੇਖਣਾ ਹੋਵੇਗਾ ਕਿ ਕਿਹਨੂੰ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਾਇਆ ਜਾਂਦਾ ਹੈ, ਪਰ ਦੱਸ ਦਈਏ ਕਿ ਕਾਫੀ ਚਿਹਰੇ ਜਿਹੜੇ ਨੇ ਉਹ ਇਸ ਰੇਸ ਵਿੱਚ ਜੁੜ ਚੁੱਕੇ ਨੇ। ਫੈਡਰਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਇੱਕ ਵੱਡਾ ਨਾਮ ਸ਼ਾਮਿਲ ਹੋ ਗਿਆ। ਇਸ ਦੇ ਵਿੱਚ ਹੁਣ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਹਿੱਸਾ ਲੈਣਗੇ। ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਫੈਡਰਲ ਕੰਜ਼ਰਵੇਟਿਵ ਲੀਡਰਸ਼ਿਪ ਮੁਕਾਬਲੇ ਵਿੱਚ ਹਿੱਸਾ ਲੈਣ ਬਾਰੇ ਖੁਦ ਐਲਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਲੀਡਰਸ਼ਿਪ ਵਿੱਚ ਕੰਜ਼ਰਵੇਟਿਵ ਪਾਰਟੀ ਹੋਰ ਅੱਗੇ ਵਧੇਗੀ ਅਤੇ ਉਹ ਫੈਡਰਲ ਚੋਣਾਂ ਵਿੱਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾ ਸਕਣਗੇ। ਇਸ ਦੌਰਾਨ ਪੈਟਰਿਕ ਬਰਾਊਨ ਵੱਲੋਂ ਪਾਰਟੀ ਦੀ ਇਕਜੁੱਟਤਾ ਦੇ ਬਾਰੇ ਗੱਲ ਕੀਤੀ ਗਈ। ਦੱਸ ਦਈਏ ਕਿ 43 ਸਾਲ ਦੇ ਪੈਟਰਿਕ ਬਰਾਊਨ 3 ਪੱਧਰ ਦੀਆਂ ਸਰਕਾਰਾਂ ਵਿੱਚ ਅਹੁਦੇਦਾਰ ਰਹਿ ਚੁੱਕੇ ਨੇ। 2008 ਤੋਂ 2015 ਤੱਕ ਉਹ ਫੈਡਰਲ ਕੰਜ਼ਰਵੇਟਿਵ ਐਮਪੀ ਸਨ। ਇਸ ਤੋਂ ਬਾਅਦ ਉਹਨਾਂ ਨੇ 2015 ਵਿੱਚ ਸੂਬਾ ਰਾਜਨੀਤੀ ਦਾ ਰੁਖ ਕੀਤਾ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣੇ। 2018 ਵਿੱਚ ਉਹ ਬ੍ਰੈਂਪਟਨ ਦੇ ਮੇਅਰ ਦੇ ਤੌਰ ਦੇ ਉੱਪਰ ਚੁਣੇ ਗਏ। ਦੱਸਣਯੋਗ ਹੈ ਕਿ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਵਿੱਚ ਹੁਣ ਕਈ ਹਾਈ ਪ੍ਰੋਫਾਈਲ ਨਾਮ ਜੁੜ ਚੁੱਕੇ ਨੇ। ਸਾਬਕਾ ਕਿਊਬਿਕ ਪ੍ਰੀਮੀਅਰ ਅਤੇ ਐਮਪੀ ਵੱਲੋਂ ਬੀਤੇ ਹਫ਼ਤੇ ਦੌਰਾਨ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ। ਫਰਵਰੀ ਵਿੱਚ ਮੈਂਬਰ ਪਾਰਲੀਮੈਂਟ ਪੀਅਰ ਵੀ ਲੀਡਰਸ਼ਿਪ ਦੌੜ ਵਿੱਚ ਆ ਗਏ। ਹੁਣ ਦੇਖਣਾ ਹੋਵੇਗਾ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਪਰ ਕਿਸ ਨੂੰ ਚੁਣਿਆ ਜਾਂਦਾ ਹੈ। ਓਨਟਾਰੀਓ ਵਾਸੀਆਂ ਨੂੰ ਅੱਜ ਤੋਂ ਰਾਹਤ ਮਿਲ ਰਹੀ ਹੈ। ਕਈ ਥਾਵਾਂ ਦੇ ਉੱਪਰ ਹੁਣ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਉਣ ਦੀ ਜ਼ਰੂਰਤ ਨਹੀਂ ਹੋਏਗੀ। ਸਕੂਲਾਂ ਅਤੇ ਹਸਪਤਾਲਾਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ, ਪਰ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਹਸਪਤਾਲ ਚਾਹੁਣ ਤਾਂ ਆਪਣੇ ਤੌਰ ਦੇ ਉੱਪਰ ਉਹ ਜ਼ਰੂਰ ਸਖਤੀ ਕਰ ਸਕਦੇ ਨੇ। ਓਨਟਾਰੀਓ ਸਰਕਾਰ ਵੱਲੋਂ ਜੋ ਪਾਬੰਦੀਆਂ ਵਿੱਚ ਰਾਹਤ ਦਿੱਤੀ ਗਈ, ਉਸ ਦੀ ਸ਼ੁਰੂਆਤ ਸੂਬੇ ਵਿੱਚ ਅੱਜ ਤੋਂ ਹੋਣ ਜਾ ਰਹੀ ਹੈ। ਓਨਟਾਰੀਓ ਦੇ ਸਕੂਲ, ਹਸਪਤਾਲ ਤੇ ਲੌਂਗ ਟਰਮ ਕੇਅਰ ਵਿੱਚ ਹੁਣ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਖਤਮ ਹੋਣ ਜਾ ਰਹੀ ਹੈ। ਇਸ ਬਾਰੇ ਹਾਲ ਹੀ ਵਿੱਚ ਸਰਕਾਰ ਵੱਲੋਂ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਕਈ ਪਾਬੰਦੀਆਂ ਹਟਾਈਆਂ ਗਈਆਂ ਨੇ। ਪਿਛਲੇ ਹਫ਼ਤੇ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ
ਕਿ 21 ਮਾਰਚ ਤੋਂ ਪ੍ਰੋਵਿੰਸ ਵਿੱਚ ਜ਼ਿਆਦਾਤਰ ਮਾਸਕ ਨਿਯਮ ਖਤਮ ਹੋਣ ਜਾ ਰਹੇ ਨੇ। 27 ਅਪ੍ਰੈਲ ਨੂੰ ਬਾਕੀ ਦੇ ਰਹਿੰਦੇ ਮਾਸਕ ਨਿਯਮ ਅਤੇ ਐਮਰਜੈਂਸੀ ਆਰਡਰ ਵੀ ਖਤਮ ਕਰਨ ਬਾਰੇ ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ। ਹੁਣ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਕੂਲਾਂ, ਹਸਪਤਾਲਾਂ, ਲੌਂਗ ਟਰਮ ਕੇਅਰ ਹੋਮਸ ਵਿੱਚ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਅਤੇ ਬਿਨਾਂ ਵੈਕਸੀਨੇਸ਼ਨ ਵਾਲੇ ਸਟਾਫ ਦੀ ਟੈਸਟਿੰਗ ਖਤਮ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰੋਵਿੰਸ ਵਿੱਚ ਆਰਗੇਨਾਈਜੇਸ਼ਨਸ ਆਪਣੇ ਤੌਰ ਦੇ ਉੱਪਰ ਵੈਕਸੀਨੇਸ਼ਨ ਦੀ ਸ਼ਰਤ ਨੂੰ ਜਾਰੀ ਰੱਖ ਸਕਦੇ ਨੇ, ਪਰ ਸਰਕਾਰ ਵੱਲੋਂ ਇਸ ਨਿਯਮ ਨੂੰ ਖਤਮ ਕਰ ਦਿੱਤਾ ਗਿਆ। ਟੈਰੀਓ ਵਿੱਚ ਕਈ ਅਜਿਹੇ ਹਸਪਤਾਲ ਨੇ ਜਿਨ੍ਹਾਂ ਵੱਲੋਂ ਵੈਕਸੀਨੇਸ਼ਨ ਦੀਆਂ ਸ਼ਰਤਾਂ ਨੂੰ ਅਜੇ ਜਾਰੀ ਰੱਖਿਆ ਜਾਵੇਗਾ। ਦੱਸ ਦਈਏ ਕਿ ਓਨਟਾਰੀਓ ਵਿੱਚ ਪਹਿਲਾਂ ਦੇ ਮੁਕਾਬਲੇ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ। ਹਸਪਤਾਲਾਂ ਦੇ ਉੱਪਰ ਵੀ ਹੁਣ ਪਹਿਲਾਂ ਦੇ ਮੁਕਾਬਲੇ ਬੋਝ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ। ਰੋਜ਼ਾਨਾ ਪਹਿਲਾਂ ਜਿਸ ਤਰ੍ਹਾਂ ਮਾਮਲੇ ਦਰਜ ਕੀਤੇ ਜਾ ਰਹੇ ਸਨ, ਉਹਨਾਂ ਵਿੱਚ ਵੀ ਗਿਰਾਵਟ ਦੇਖੀ ਜਾ ਸਕਦੀ ਹੈ। ਇਸ ਸਭ ਨੂੰ ਹੀ ਧਿਆਨ ਵਿੱਚ ਰੱਖਦਿਆਂ ਓਨਟਾਰੀਓ ਵੱਲੋਂ ਪਾਬੰਦੀਆਂ ਹਟਾਉਣ ਦੇ ਬਾਰੇ ਐਲਾਨ ਕੀਤਾ ਗਿਆ ਸੀ, ਜਿਸ ਦੀ ਸ਼ੁਰੂਆਤ ਅੱਜ ਤੋਂ ਸੂਬੇ ਵਿੱਚ ਹੋਣ ਜਾ ਰਹੀ ਹੈ। ਵਾਸ਼ਿੰਗਟਨ ਪੁਲਿਸ ਵੱਲੋਂ ਇੱਕ ਖਤਰਨਾਕ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੇ 5 ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਅਲੱਗ-ਅਲੱਗ ਦਿਨ ਦੇ ਉੱਪਰ ਇਹ ਵਾਰਦਾਤਾਂ ਸਾਹਮਣੇ ਆਈਆਂ। ਪੁਲਿਸ ਵੱਲੋਂ ਹੁਣ ਸਸਪੈਕਟ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਤੇ ਆਮ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਇਸ ਨੂੰ ਦੇਖਦੇ ਨੇ ਤਾਂ ਜ਼ਰੂਰ ਪੁਲਿਸ ਨੂੰ ਸੂਚਿਤ ਕਰਨ। ਵਾਸ਼ਿੰਗਟਨ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਦੀ ਪਹਿਚਾਣ ਕੀਤੀ ਜਾ ਰਹੀ ਹੈ ਜੋ 2 ਬੇਘਰ ਲੋਕਾਂ ਦੀ ਮੌਤ ਅਤੇ 5 ਗੋਲੀਬਾਰੀ ਦੇ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਘਟਨਾਵਾਂ ਵਿੱਚ 2 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਵੱਲੋਂ ਜੁਆਇੰਟ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ। ਜਿਨ੍ਹਾਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਪੁਲਿਸ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਮਾਰਚ ਮਹੀਨੇ ਦੌਰਾਨ ਵਾਪਰੀਆਂ। ਇਨ੍ਹਾਂ ਵਿੱਚੋਂ ਤਾਜ਼ਾ ਗੋਲੀਬਾਰੀ ਦਾ ਮਾਮਲਾ ਨਿਊਯਾਰਕ ਸਿਟੀ ਤੋਂ ਸ਼ਨੀਵਾਰ ਨੂੰ ਸਾਹਮਣੇ ਆਇਆ, ਜਿੱਥੇ 2 ਬੇਘਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਿ ਰਸਤੇ ਦੇ ਉੱਪਰ ਸੁੱਤੇ ਪਏ ਸਨ। ਇਹ ਘਟਨਾ 4:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਇੱਕ 38 ਸਾਲਾ ਵਿਅਕਤੀ ਦੀ ਬਾਂਹ ਦੇ ਵਿੱਚ ਗੋਲੀ ਮਾਰੀ ਗਈ, ਜੋ ਕਿ ਹੁਣ ਸਟੇਬਲ ਕੰਡੀਸ਼ਨ ਵਿੱਚ ਦੱਸਿਆ ਗਿਆ। ਇਸ ਦੇ ਠੀਕ 90 ਮਿੰਟ ਬਾਅਦ ਇੱਕ ਦੂਸਰੇ ਪੀੜਤ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਸਿਰ ਅਤੇ ਗਲੇ ਵਿੱਚ ਗੋਲੀ ਮਾਰੀ ਗਈ। ਇਸ ਵਿਅਕਤੀ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਇਹਨਾਂ ਦੋਹਾਂ ਨੂੰ ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਗੋਲੀ ਮਾਰੀ ਗਈ। ਇਸ ਤੋਂ ਪਹਿਲਾਂ 3, 8 ਅਤੇ 9 ਮਾਰਚ ਨੂੰ ਵਾਸ਼ਿੰਗਟਨ ਤੋਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ ਪਹਿਲੇ 2 ਗੋਲੀਬਾਰੀ ਦੇ ਮਾਮਲੇ ਸਨ, ਇਸ ਦੌਰਾਨ ਕੁਝ ਵਿਅਕਤੀ ਜ਼ਖਮੀ ਹੋਏ, ਪਰ ਉਹਨਾਂ ਦੀ ਹਾਲਤ ਸਥਿਰ ਦੱਸੀ ਗਈ। ਪੁਲਿਸ ਵੱਲੋਂ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸਸਪੈਕਟ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਤੇ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਇਸ ਵਿਅਕਤੀ ਨੂੰ ਲੱਭਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਜਾਣਕਾਰੀ ਦੇਣ ਵਾਲੇ ਦੇ ਵਾਸਤੇ $25,000 ਦਾ ਇਨਾਮ ਵੀ ਪੁਲਿਸ ਵੱਲੋਂ ਦੱਸਿਆ ਗਿਆ। ਜੋ ਤਸਵੀਰਾਂ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਨੇ, ਉਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਸਪੈਕਟ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ। ਉਸ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਸੀ ਅਤੇ ਨਾਲ ਹੀ ਉਸਨੇ ਨੀਲੇ ਰੰਗ ਦੇ ਸਰਜੀਕਲ ਗਲਵਜ਼ ਪਹਿਨੇ ਹੋਏ ਸਨ। ਪੁਲਿਸ ਨੇ ਆਮ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਵੀ ਇਸ ਸਸਪੈਕਟ ਨੂੰ ਦੇਖਿਆ ਹੈ ਤੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਬ੍ਰਿਟਿਸ਼ ਕੋਲੰਬੀਆ ਵਿੱਚ ਕੋਰੋਨਾ ਵਾਇਰਸ ਦੇ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ, ਇਸ ਦੀ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਸਾਹਮਣੇ ਆ ਰਹੀ ਹੈ। ਕਾਫੀ ਥਾਵਾਂ ਦੇ ਉੱਪਰ ਮਾਸਕ ਅਜੇ ਵੀ ਲਾਜ਼ਮੀ ਹੈ ਤੇ ਵੈਕਸੀਨੇਸ਼ਨ ਦੇ ਬਾਰੇ ਵੀ ਪੁੱਛਿਆ ਜਾਏਗਾ। ਡਾਕਟਰ ਬੋਨੀ ਹੈਨਰੀ ਵੱਲੋਂ ਤਾਜ਼ਾ ਹਾਲਾਤਾਂ ਦੇ ਬਾਰੇ ਦੱਸਿਆ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਨੇ, ਇਸ ਬਾਰੇ ਡਾਕਟਰ ਬੋਨੀ ਹੈਨਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਏ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਜਿਹੜੇ ਕੇਅਰ ਹੋਮਸ ਦੇ ਵਿੱਚ ਵਿਜ਼ਿਟਰ ਆਉਣਗੇ, ਉਹਨਾਂ ਨੂੰ ਅਜੇ ਵੀ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਤੇ ਵੈਕਸੀਨ ਵੀ ਉਹਨਾਂ ਦੇ ਲਈ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਾਈਜ਼ਰ ਦੇ CEO ਵੱਲੋਂ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ-19 ਦੇ ਚੌਥੇ ਬੂਸਟਰ ਦੀ ਜ਼ਰੂਰਤ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਆંકੜਿਆਂ ਮੁਤਾਬਕ ਹੁਣ ਤੱਕ 3,52,000 ਤੋਂ ਵੱਧ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 2,900 ਤੋਂ ਵੱਧ ਮੌਤਾਂ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 90.7% ਵੱਲੋਂ ਪਹਿਲੀ ਡੋਜ਼, 86.6% ਵੱਲੋਂ 2 ਡੋਜ਼, 56.4% ਵੱਲੋਂ 3 ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਹੁਣ ਮੌਜੂਦਾ ਹਾਲਾਤਾਂ ਦੇ ਬਾਰੇ ਡਾਕਟਰ ਬੋਨੀ ਹੈਨਰੀ ਵੱਲੋਂ ਕੀ ਜਾਣਕਾਰੀ ਦਿੱਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। To start with, where we are today, we are progressing well and we're going in the right direction. And it really is thanks to people in British Columbia stepping up and doing what we needed to do. We now have over 55% of children 5 to 11 who have been vaccinated. Over 90% of British Columbians 12 and over have received their first dose of vaccine, 2 doses of vaccine, and about 56% of people have received that important booster dose. Our hospitalizations continue to decrease, which is also really good news.
If we look at it in terms of our epidemic curve, we see that our cases of lab-confirmed cases have come down dramatically in the last few weeks, but really importantly, our hospitalizations have also decreased, and the number of people in critical care has decreased. This is encouraging because as transmission goes down, so the risks to all of us go down in the community. Our approach has always been to only have the minimal necessary restrictions to keep people safe and to prevent the transmission, particularly to those who are more susceptible to severe illness with COVID-19. It is finding that balance. I am incredibly grateful to the millions of people throughout our province for your willingness and support in adopting our COVID-19 safety measures. Your efforts, combined with these high vaccination rates, have saved countless lives. Together, we've done what is right at the right time. And now we are in a place where we can once again adjust our approach. If we look at our hospitalization rates, another important measure, of course, is by age. And we know that it continues to be our elders and seniors across our communities who are more at risk of severe illness and hospitalization, and thankfully that continues to come down as well. ਯੂਕਰੇਨ ਦੇ ਰਾਸ਼ਟਰਪਤੀ ਅਮਰੀਕੀ ਪਾਰਲੀਮੈਂਟ ਨੂੰ ਸੰਬੋਧਿਤ ਕਰਨਗੇ। ਇਹ ਸੰਬੋਧਨ ਵਰਚੁਅਲ ਤਰੀਕੇ ਨਾਲ ਹੋਏਗਾ, ਜਿਸ ਨੂੰ ਲਾਈਵ ਆਮ ਲੋਕਾਂ ਤੱਕ ਪਹੁੰਚਾਇਆ ਜਾਏਗਾ। ਇਸ ਤੋਂ ਪਹਿਲਾਂ ਵੀ ਉਹ ਕਈ ਦੇਸ਼ਾਂ ਦੀ ਪਾਰਲੀਮੈਂਟ ਨੂੰ ਸੰਬੋਧਿਤ ਕਰ ਚੁੱਕੇ ਨੇ। ਇਸ ਬਾਰੇ ਹੁਣ ਹਾਊਸ ਸਪੀਕਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਜਿਹਾ ਲੀਡਰ ਉਹਨਾਂ ਦੀ ਪਾਰਲੀਮੈਂਟ ਨੂੰ ਸੰਬੋਧਿਤ ਕਰੇਗਾ ਜੋ ਇਸ ਸਮੇਂ ਲੋਕਤੰਤਰ ਵਾਸਤੇ ਤੇ ਆਪਣੇ ਹੱਕਾਂ ਵਾਸਤੇ ਲੜ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਯੂਐਸ ਕਾਂਗਰਸ ਨੂੰ ਐਡਰੈਸ ਕੀਤਾ ਜਾਵੇਗਾ। ਯੂਕਰੇਨ ਦੇ ਰਾਸ਼ਟਰਪਤੀ ਵਰਚੁਅਲ ਤਰੀਕੇ ਨਾਲ ਯੂਐਸ ਕਾਂਗਰਸ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹਨਾਂ ਵੱਲੋਂ ਹਾਊਸ ਅਤੇ ਸੈਨੇਟ ਦੇ ਮੈਂਬਰਸ ਨੂੰ ਸੰਬੋਧਿਤ ਕੀਤਾ ਜਾਵੇਗਾ। ਇਸ ਦੇ ਬਾਰੇ ਡੈਮੋਕ੍ਰੈਟਿਕ ਲੀਡਰਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇੰਨਾ ਹੀ ਨਹੀਂ, ਜਿਸ ਵੇਲੇ ਉਹ ਸੰਬੋਧਿਤ ਕਰਨਗੇ ਉਹ ਸਾਰਾ ਇਵੈਂਟ ਆਮ ਲੋਕਾਂ ਤੱਕ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਹੁਣ ਇਸ ਸਭ ਬਾਰੇ ਹਾਊਸ ਸਪੀਕਰ ਨੈਂਸੀ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਉਹਨਾਂ ਨੂੰ ਸੰਬੋਧਿਤ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਸਮੇਂ ਅਜਿਹਾ ਲੀਡਰ ਮੈਂਬਰਾਂ ਨੂੰ ਐਡਰੈਸ ਕਰੇਗਾ ਜਿਹੜਾ ਡੈਮੋਕ੍ਰੇਸੀ ਵਾਸਤੇ ਲੜ ਰਿਹਾ ਹੈ। ਨੈਂਸੀ ਨੇ ਦੱਸਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਨੂੰ ਪਿਛਲੇ ਹਫ਼ਤੇ ਇਸ ਵਾਸਤੇ ਪੁੱਛਿਆ ਗਿਆ ਸੀ, ਜਿਸ ਤੋਂ ਬਾਅਦ ਉਹ ਇਸ ਵਾਸਤੇ ਰਾਜ਼ੀ ਹੋ ਗਏ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਬਾਕੀ ਦੇਸ਼ਾਂ ਦੇ ਪਾਰਲੀਮੈਂਟ ਨੂੰ ਵੀ ਸੰਬੋਧਿਤ ਕਰ ਚੁੱਕੇ ਨੇ ਤੇ ਹੁਣ ਅਜਿਹਾ ਉਹਨਾਂ ਵੱਲੋਂ ਹਾਊਸ ਅਤੇ ਸੈਨੇਟ ਦੇ ਮੈਂਬਰਸ ਵਾਸਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਅਮਰੀਕਾ ਵਿੱਚ ਗੈਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇੱਥੇ ਕਈ ਥਾਵਾਂ ਦੇ ਉੱਪਰ ਗੈਸ ਦੀਆਂ ਕੀਮਤਾਂ $4.33 ਪ੍ਰਤੀ ਲੀਟਰ ਦੇ ਹਿਸਾਬ ਨਾਲ ਰਿਕਾਰਡ ਕੀਤੀਆਂ ਗਈਆਂ। ਇਸ ਸਭ ਦੇ ਪਿੱਛੇ ਇਸ ਸਮੇਂ ਜੋ ਜੰਗ ਦੇ ਹਾਲਾਤ ਨੇ ਉਸ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰਸ਼ੀਆ ਦੇ ਲੋਕ ਹੁਣ ਇੰਸਟਾਗ੍ਰਾਮ ਯੂਜ਼ ਨਹੀਂ ਕਰ ਸਕਣਗੇ। ਜੀ ਹਾਂ, ਰਸ਼ੀਆ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਰੋਕ ਲਗਾਉਣ ਤੋਂ ਬਾਅਦ ਹੁਣ ਇੰਸਟਾਗ੍ਰਾਮ ਦੇ ਲਈ ਵੀ ਕਦਮ ਚੁੱਕਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਰਸ਼ੀਆ ਵਿੱਚ ਇਸ ਮੀਡੀਆ ਪਲੇਟਫਾਰਮ ਨੂੰ ਬੰਦ ਕੀਤਾ ਜਾ ਰਿਹਾ ਹੈ। ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਹੁਣ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਾਇਆ ਜਾਏਗਾ। ਫਾਈਜ਼ਰ ਦੇ CEO ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਲੱਗਦਾ ਹੈ ਕਿ ਵੱਡੀ ਉਮਰ ਦੇ ਲੋਕਾਂ ਨੂੰ ਚੌਥੀ ਡੋਜ਼ ਲਗਾਉਣੀ ਵੀ ਜ਼ਰੂਰੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 3 ਡੋਜ਼ਸ ਕਈ ਅਮਰੀਕਨ ਹਾਸਲ ਕਰ ਚੁੱਕੇ ਨੇ ਤੇ ਹੁਣ ਚੌਥੀ ਡੋਜ਼ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਪਹਿਲਾਂ ਦੇ ਮੁਕਾਬਲੇ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਹੁਣ ਸੁਧਰਨ ਲੱਗੇ ਨੇ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਸਮੇਂ ਪ੍ਰੋਵਿੰਸਸ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਨੇ, 24 ਘੰਟੇ ਦੌਰਾਨ ਕਿਹੜੇ ਸੂਬੇ ਤੋਂ ਕਿੰਨੇ ਮਾਮਲੇ ਦਰਜ ਕੀਤੇ ਗਏ। ਓਨਟਾਰੀਓ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਕਈ ਮਹੀਨਿਆਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੋਰੋਨਾ ਵਾਇਰਸ ਕਾਰਨ ਓਨਟਾਰੀਓ ਵਿੱਚ ਕੋਈ ਵੀ ਮੌਤ ਦਰਜ ਨਾ ਕੀਤੀ ਗਈ ਹੋਵੇ। ਜੀ ਹਾਂ, ਬੀਤੇ 24 ਘੰਟੇ ਦੌਰਾਨ ਓਨਟਾਰੀਓ ਵਿੱਚ ਕੋਰੋਨਾ ਵਾਇਰਸ ਕਾਰਨ ਕਿਸੇ ਵੱਲੋਂ ਵੀ ਦਮ ਨਹੀਂ ਤੋੜਿਆ ਗਿਆ। ਹੁਣ ਤੱਕ ਕੋਰੋਨਾ ਵਾਇਰਸ ਕਾਰਨ ਕੁੱਲ ਸੂਬੇ ਵਿੱਚ 12,256 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ। ਇਸ ਤੋਂ ਇਲਾਵਾ ਜੋ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਨੇ ਉਹਨਾਂ ਵਿੱਚ ਵੀ ਗਿਰਾਵਟ ਇੱਥੇ ਦਰਜ ਕੀਤੀ ਜਾ ਰਹੀ ਹੈ। ਪ੍ਰੋਵਿੰਸ ਵਿੱਚ 24 ਘੰਟਿਆਂ ਦੌਰਾਨ 1,116 ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਸੂਬੇ ਵਿੱਚ 11 ਲੱਖ ਤੋਂ ਵੱਧ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 10 ਲੱਖ ਤੋਂ ਵੱਧ ਰਿਕਵਰਡ ਕੇਸਿਸ ਦਾ ਇਸ ਪ੍ਰੋਵਿੰਸ ਵਿੱਚ ਅੰਕੜਾ ਹੈ। 24 ਘੰਟਿਆਂ ਦੌਰਾਨ ਟੋਰਾਂਟੋ ਤੋਂ 244, ਯਾਰਕ ਰੀਜਨ ਤੋਂ 60, ਪੀਲ ਰੀਜਨ ਤੋਂ 43, ਡੋਰਹਮ ਰੀਜਨ ਤੋਂ 38, ਆਲਟਨ ਰੀਜਨ ਤੋਂ 36 ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਮਿਡਲੈਕਸ ਲੰਡਨ ਤੋਂ 58, ਵਾਟਰਲੂ ਰੀਜਨ ਤੋਂ 56,
ਔਟਵਾ ਤੋਂ 54, ਨਾਇਗਰਾ ਰੀਜਨ ਤੋਂ 51 ਮਾਮਲੇ ਰਿਕਾਰਡ ਕੀਤੇ ਗਏ ਹਨ। ਓਨਟਾਰੀਓ ਤੋਂ ਵੈਕਸੀਨੇਸ਼ਨ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 84.4% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 90.2% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ 1 ਟੀਕਾ ਲਗਵਾ ਲਿਆ ਗਿਆ ਹੈ। ਕਿਊਬੈਕ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ। ਇੱਥੇ ਹਸਪਤਾਲ ਵਿੱਚ 1077 ਮਰੀਜ਼ਾਂ ਦੀ ਗਿਣਤੀ ਦੱਸੀ ਗਈ। ਇੰਟੈਂਸਿਵ ਕੇਅਰ ਅਧੀਨ 61 ਨੇ ਜਿਹੜੇ ਕੋਰੋਨਾ ਵਾਇਰਸ ਦੇ ਕਾਰਨ ਭਰਤੀ ਕਰਵਾਏ ਗਏ। 24 ਘੰਟਿਆਂ ਦੌਰਾਨ 670 ਮਾਮਲੇ ਦਰਜ ਕੀਤੇ ਗਏ ਅਤੇ 24 ਘੰਟਿਆਂ ਦੌਰਾਨ ਹੀ 9 ਮੌਤਾਂ ਇੱਥੇ ਰਿਕਾਰਡ ਕੀਤੀਆਂ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 9,37,247 ਮਾਮਲੇ ਸਾਹਮਣੇ ਆ ਚੁੱਕੇ ਨੇ। 14,182 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ ਨੇ। ਪ੍ਰੋਵਿੰਸ ਵਿੱਚ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਤੇ 52% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ ਨੇ। ਦੱਸ ਦਈਏ ਕਿ ਇਹ ਉਹ ਹਨ ਜਿਨ੍ਹਾਂ ਦੀ ਉਮਰ 5 ਸਾਲ ਅਤੇ ਇਸ ਤੋਂ ਵੱਧ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬ੍ਰਿਟਿਸ਼ ਕੋਲੰਬੀਆ ਨੇ ਵਰਕਰਾਂ ਨੂੰ ਦਿੱਤਾ ਤੋਹਫਾ, ਮਿਨੀਮਮ ਵੇਜ ਵਿੱਚ ਵਾਧਾ। ਬ੍ਰਿਟਿਸ਼ ਕੋਲੰਬੀਆ 'ਚ ਲੱਗੀਆਂ ਟਰੱਕਾਂ ਦੀਆਂ ਲਾਈਨਾਂ, ਇੱਕ ਹੋਰ ਪ੍ਰਦਰਸ਼ਨ ਦੀ ਤਿਆਰੀ। ਸ਼ਰੇਆਮ ਚੋਰੀ ਹੋਣ ਲੱਗੀ ਗੈਸ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਲਗਾਤਾਰ ਸੂਬੇ ਕੱਢ ਰਹੇ ਡਰਾਅ, ਇੱਕ ਸੂਬਾ ਕੱਢ ਰਿਹਾ ਘੱਟ ਡਰਾਅ। ਕਬੱਡੀ ਪ੍ਰੇਮੀਆਂ ਲਈ ਮਾੜੀ ਖਬਰ, ਨੰਗਲ ਅੰਬੀਆਂ ਨੂੰ ਮਾਰੀਆਂ ਗੋਲੀਆਂ। ਰੂਸ ਨੇ ਮੈਟਰਨਿਟੀ ਵਾਰਡ ਤੇ ਸੁੱਟਿਆ ਬੰਬ, ਇੱਕ ਗਰਭਵਤੀ ਔਰਤ ਤੇ ਬੱਚੇ ਦੀ ਮੌਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।